मैं ਪਿਕਸ ਨੂੰ ਆਲਮੋਸਟ 25 ਈਅਰਸ ਬੈਕ ਜੁਆਇਨ ਕੀਤਾ ਸੀਗਾ ਐਜ਼ ਅ ਫਰੰਟ ਲਾਈਨ ਸਟਾਫ, ਅਤੇ ਫਿਰ ਹੌਲੀ ਹੌਲੀ ਗ੍ਰੈਜੂਅਲੀ ਇੱਥੋਂ ਸਿੱਖ ਕੇ ਅਤੇ ਜਿਹੜਾ ਨਾ ਉਦੋਂ ਸਾਡੇ CEO ਹੁੰਦੇ ਸੀਗੇ ਚਰਨਪਾਲ ਗਿੱਲ ਜੀ, ਅਤੇ ਉਹਨਾਂ ਨੇ ਸਾਡੀ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਸੀ ਅਤੇ ਮੈਨੂੰ ਮੌਕਾ ਮਿਲਿਆ ਉਹਨਾਂ ਨਾਲ ਕੰਮ ਕਰਨ ਦਾ, ਬੜਾ ਕੁਝ ਸਿੱਖਣ ਦਾ। ਅਤੇ ਮੇਰੀ ਖੁਸ਼ਕਿਸਮਤੀ ਸੀਗੀ ਕਿ ਮੈਂ ਉਹਨਾਂ ਨਾਲ ਕੰਮ ਕੀਤਾ, ਅਤੇ ਜਦੋਂ ਉਹ ਰਿਟਾਇਰ ਹੋਏ ਫਿਰ ਮੈਨੂੰ ਇੱਥੋਂ ਦਾ CEO ਬਣਨ ਦਾ ਮੌਕਾ ਮਿਲਿਆ। ਅਤੇ ਅਸੀਂ ਹੁਣ ਕੋਸ਼ਿਸ਼ ਸਾਡੀ ਇਹੀ ਹੈ ਵੀ ਜਿਸ ਪਰਪਜ਼ ਨਾਲ ਇਹ ਆਰਗੇਨਾਈਜੇਸ਼ਨ ਸ਼ੁਰੂ ਹੋਈ ਸੀਗੀ ਉਹਨੂੰ ਅਸੀਂ ਅੱਗੇ ਲੈ ਕੇ ਜਾਈਏ। ਅਤੇ ਸ਼ੁਰੂ 'ਚ ਅਸੀਂ ਇੰਪਲੋਇਮੈਂਟ ਪ੍ਰੋਗਰਾਮ, ਸੈਟਲਮੈਂਟ ਸਰਵਿਸਿਜ਼, ਟ੍ਰੇਨਿੰਗ ਪ੍ਰੋਗਰਾਮਸ, ਇਹ ਸਾਰਿਆਂ ਅਤੇ ਈਵਨ ESL ਇੰਗਲਿਸ਼ ਸਿਖਾਉਣ 'ਚ ਜਿਹੜੇ ਆਪਣੇ ਨਵੇਂ ਇਮੀਗਰੈਂਟ ਸੀ ਉਹਨਾਂ ਦੀ ਹੈਲਪ ਕਰਦੇ ਸੀਗੇ। ਪਰ ਜ਼ਰੂਰਤ ਦੇ ਹਿਸਾਬ ਨਾਲ ਜਦੋਂ ਦੇਖਿਆ ਕਿ ਵੀ ਆਪਣੇ ਬਜ਼ੁਰਗਾਂ ਨੂੰ ਵੀ ਕਾਫੀ ਸਮੱਸਿਆ ਹੈਗੀਆਂ ਨੇ ਅਤੇ ਉਹਨਾਂ ਨੂੰ ਵੀ ਲੋੜ ਹੈ, ਫਿਰ ਅਸੀਂ ਪਹਿਲਾਂ ਇੰਡੀਪੈਂਡੈਂਟ ਲਿਵਿੰਗ ਸ਼ੁਰੂ ਕੀਤਾ ਸੀਗਾ, ਜਿਹੜਾ ਆਲਮੋਸਟ ਅਬਾਊਟ 20 ਈਅਰਸ ਪਹਿਲਾਂ ਸ਼ੁਰੂ ਹੋਇਆ ਸੀਗਾ। ਉਹਦੀ ਡਿਮਾਂਡ ਇੰਨੀ ਜ਼ਿਆਦਾ ਸੀਗੀ ਕਿ ਹੁਣ ਇਸ ਵੇਲੇ ਸਾਡੇ ਕੋਲ ਆਲਮੋਸਟ 1500 ਬੰਦਿਆਂ ਦੀ ਵੇਟਿੰਗ ਲਿਸਟ ਹੈ ਟੂ ਗੈਟ ਇਨ ਟੂ ਦੈਟ। ਨੈਕਸਟ ਸਾਡਾ ਪ੍ਰੋਜੈਕਟ ਸੀਗਾ ਬਜ਼ੁਰਗਾਂ ਲਈ ਅਸਿਸਟਡ ਲਿਵਿੰਗ। ਅਸਿਸਟਡ ਲਿਵਿੰਗ 'ਚ ਹੈਗਾ ਜਿਹੜੇ ਬਜ਼ੁਰਗਾਂ ਨੂੰ ਥੋੜ੍ਹੀ ਹੈਲਪ ਦੀ ਲੋੜ ਹੈ, ਕਿਸੇ ਵੇਲੇ ਉਹ ਆਪਣੀ ਦਵਾਈ ਨਹੀਂ ਟਾਈਮ 'ਤੇ ਖਾ ਸਕਦੇ, ਖਾਣਾ ਨਹੀਂ ਬਣਾ ਸਕਦੇ, ਨਹਾ ਨਹੀਂ ਸਕਦੇ, ਕੱਪੜੇ ਨਹੀਂ ਚੇਂਜ ਕਰ ਸਕਦੇ, ਅਤੇ ਉਹਨਾਂ ਨੂੰ ਹੈਲਪ ਕਰਨ ਲਈ ਅਸਿਸਟਡ ਲਿਵਿੰਗ ਬਣਿਆ ਸੀਗਾ, ਜਿਹਦੇ ਵਿੱਚ ਉਹਨਾਂ ਨੂੰ ਨਾ ਸਿਰਫ ਕਿ ਇੱਥੇ ਰਹਿੰਦੇ ਨੇ, ਉਹਨਾਂ ਨੂੰ ਆਪਣੀ ਮਰਜ਼ੀ ਦਾ ਖਾਣਾ ਮਿਲਦਾ, ਆਪਣੀ ਬੋਲੀ 'ਚੋਂ ਗੱਲਬਾਤ ਕਰਦੇ ਨੇ, ਆਪਣਾ ਪਹਿਰਾਵਾ, ਆਪਣੇ ਕੱਪੜੇ ਮਰਜ਼ੀ ਨਾਲ ਪਾਉਂਦੇ ਨੇ, ਅਤੇ ਮਤਲਬ ਇੱਕੋ ਜਿਸ ਤਰੀਕੇ ਨਾਲ ਆਪਣਾ ਜ਼ਿੰਦਗੀ ਉਹਨਾਂ ਜੀ ਹੁੰਦੀ ਹੈ ਉਸੇ ਨੂੰ ਉਹ ਕੰਟੀਨਿਊ ਕਰ ਰਹੇ ਨੇ ਇੱਥੇ। ਜ਼ਿੰਦਗੀ ਦੇ ਅਖੀਰਲੇ ਸਫ਼ਰ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਨੂੰ ਲੋੜ ਹੁੰਦੀ ਹੈ ਵੀ ਆਪਣਾ ਖਾਣਾ ਮਿਲੇ, ਆਪਣੀ ਬੋਲੀ 'ਚੋਂ ਗੱਲਬਾਤ ਕਰ ਸਕਣ ਅਤੇ ਆਪਣਾ ਪਹਿਰਾਵਾ ਪਾ ਸਕਣ, ਆਪਣੇ ਜਿਹੜੇ ਉਹਨਾਂ ਦੇ ਕਸਟਮਸ ਨੇ ਉਹਨਾਂ ਨੂੰ ਆਪਣਾ ਜਿੱਦਾਂ ਪਹਿਲਾਂ ਕਰਦੇ ਰਹੇ ਉੱਦਾਂ ਹੀ ਉਹ ਇੰਜੋਏ ਕਰਨ। ਅਤੇ ਹੁਣ ਉਸ ਤੋਂ ਨੈਕਸਟ ਸਟੇਜ ਆ ਜਾਂਦੀ ਹੈ ਲੌਂਗ ਟਰਮ ਕੇਅਰ ਦੀ, ਜਿਹਦੇ ਵਿੱਚ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ 24/7 ਹੈਲਪ ਦੀ ਲੋੜ ਹੈ। ਅਤੇ ਆਪਾਂ ਅਕਸਰ ਘਰ 'ਚ ਸਾਰੇ ਕੰਮ ਕਾਰਾਂ 'ਚ ਬਿਜ਼ੀ ਹੋ ਜਾਂਦੇ ਹਾਂ, ਬੱਚੇ ਕੰਮ 'ਤੇ ਚਲੇ ਜਾਂਦੇ ਆ, ਸਕੂਲ ਚਲੇ ਜਾਂਦੇ, ਅਤੇ ਬਜ਼ੁਰਗਾਂ ਨੂੰ ਟਾਈਮ ਦੇਣ ਲਈ ਕਈ ਵਾਰ ਸਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ। ਪਰ ਉਸ ਸਟੇਜ ਬਜ਼ੁਰਗਾਂ ਨੂੰ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ। ਉਹ ਵਿਚਾਰੇ ਇਕੱਲੇ ਮਹਿਸੂਸ ਕਰਦੇ ਨੇ, ਪਲੱਸ ਉਹਨਾਂ ਨੂੰ ਹੈਲਥ ਵਾਈਜ਼ ਵੀ ਕਾਫੀ ਜ਼ਰੂਰਤਾਂ ਵੱਧ ਜਾਂਦੀਆਂ ਉਹਨਾਂ ਦੀਆਂ। ਇੱਕ ਚੀਜ਼ ਮੈਂ ਸਾਰੇ ਆਪਣੇ ਸੀਨੀਅਰ ਭੈਣ ਭਰਾਵਾਂ ਨੂੰ ਕਹੂੰਗੀ ਕਿ ਕਦੀ ਵੀ ਇਹ ਨਾ ਕਹੋ ਕਿ ਤੁਸੀਂ ਕਰ ਨਹੀਂ ਸਕਦੇ, ਅਸੀਂ ਸਭ ਕੁਝ ਕਰ ਸਕਦੇ ਹਾਂ। ਅਸੀਂ ਅਗਰ ਇਕੱਠੇ ਹੋ ਜਾਂਦੇ ਹਾਂ ਤਾਂ ਫਿਰ ਤੁਸੀਂ ਦੇਖੋ ਕਿਸੇ ਕੋਲ ਕੋਈ ਗੁਣ ਹੈ, ਕਿਸੇ ਕੋਲ ਕੋਈ ਗੁਣ ਹੈ, ਕਿਸੇ ਕੋਲ ਕੋਈ ਗੁਣ ਹੈ, ਤਾਂ ਅਸੀਂ ਇਕੱਠੇ ਹੋ ਕੇ ਸਾਰੇ ਬਹੁਤ ਚੰਗੀ ਤਰ੍ਹਾਂ ਚੱਲ ਸਕਦੇ ਹਾਂ। ਇੱਕ ਹੋਰ ਚੀਜ਼, ਜਦੋਂ ਇੱਥੇ ਆਉਂਦੇ ਹੈ ਬਹੁਤ ਸਾਰੇ ਲੋਕ ਜਿਹੜੇ ਆਪਣੀ ਮਰਜ਼ੀ ਨਾਲ ਆਉਂਦੇ ਹੈ ਉਹ ਤਾਂ ਠੀਕ ਹੈ, ਲੇਕਿਨ ਜਿਹੜੇ ਲੋਕ ਜਿਨ੍ਹਾਂ ਦੇ ਬੇਟੇ ਬੇਟੀਆਂ ਉਹਨਾਂ ਦਾ ਧਿਆਨ ਨਹੀਂ ਕਰਦੇ ਉਹਨਾਂ ਦੀ ਹਾਲਤ ਬਹੁਤ ਮੰਦੀ ਹੁੰਦੀ। ਮੈਨੂੰ ਯਾਦ ਹੈ ਇੱਥੇ ਇੱਕ ਕਪਲ ਆਇਆ, ਮੈਨੂੰ ਪਤਾ ਲੱਗਾ ਕਿ ਉਹਨਾਂ ਦੇ ਪੁੱਤਰ ਨੇ ਉਹਨਾਂ ਦੇ ਨਾਲ ਕੁਝ ਗੜਬੜ ਕਰਕੇ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਂ 'ਤੇ ਕਰ ਲਈ। ਉਹਨਾਂ ਦੀ ਬੇਟੀ ਨੇ ਫਿਰ ਉਹਨਾਂ ਨੂੰ ਸੰਭਾਲਿਆ, ਉਹ ਇੱਥੇ ਆਏ, ਪਰ ਜਦੋਂ ਇੱਥੇ ਆ ਕੇ ਘੁੰਮਦੇ ਸੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਉਹ ਕੀ ਕਰ ਰਹੇ ਹੈ, ਕੀ ਨਹੀਂ ਕਰ ਰਹੇ। ਸੋ ਇਹੋ ਜਿਹੇ ਲੋਕ ਜਦੋਂ ਆਉਂਦੇ ਆ ਫਿਰ ਉਹਨਾਂ ਦੀ ਹੈਲਪ ਵਾਸਤੇ ਥੋੜ੍ਹਾ ਜਿਹਾ ਆਸਰਾ, ਮੈਂ ਇਹ ਸਮਝਦੀ ਹਾਂ ਕਿ ਕਿਸੇ ਵੀ ਦੁਖੀ ਬੰਦੇ ਨੂੰ ਇੱਕ ਮੁਸਕਰਾਹਟ ਦੇ ਦਿਓ ਤਾਂ ਤੁਸੀਂ ਦੇਖੋ ਕਿ ਉਹਦੇ ਮਨ 'ਚ ਸ਼ਾਂਤੀ ਮਿਲਦੀ ਹੈ। ਸੋ ਐਸੇ ਲੋਕ ਵੀ ਇੱਥੇ ਆਏ ਹਲੇ ਵੀ ਹੈ ਕਿ ਜਿਨ੍ਹਾਂ ਦੇ ਬੱਚੇ ਜਿਹੜੇ ਹੈ ਆਪਣੇ ਪੇਰੈਂਟਸ ਦਾ ਧਿਆਨ ਨਹੀਂ ਕਰਦੇ। ਔਰ ਮੈਂ ਹਮੇਸ਼ਾ ਕਹਿੰਦੀ ਹਾਂ ਕੋਈ ਗੱਲ ਨਹੀਂ, ਅਸੀਂ ਸਾਰੇ ਇਕੱਠੇ ਹਾਂ। ਮੇਰਾ ਹਮੇਸ਼ਾ ਹੀ ਕਹਿੰਦੀ ਹੈ ਕਿ ਸਾਡਾ ਇਹ ਪਰਿਵਾਰ ਹੈ, ਸਾਡਾ ਸਟਾਫ ਵੀ ਸਾਡਾ ਪਰਿਵਾਰ ਹੈ, ਔਰ ਉਹਦੇ ਨਾਲ ਹੀ ਨਾਲ
ਅਸੀਂ ਸਾਰੇ ਇੱਕ ਹੈ, one for all and all for one। ਹਸਪੀਟਲ ਉਹਨਾਂ ਨੂੰ ਰੱਖ ਨਹੀਂ ਸਕਦੇ ਕਿਉਂਕਿ ਬਹੁਤ ਜ਼ਿਆਦਾ ਐਕਸਪੈਂਸਿਵ ਹੁੰਦਾ ਹਸਪੀਟਲ ਦਾ ਸਟੇ। ਸੋ ਇਸੇ ਕਰਕੇ ਇਸੇ ਪਰਪਸ ਨਾਲ ਜਿਹੜੀਆਂ ਲੌਂਗ ਟਰਮ ਕੇਅਰ ਫੈਸਿਲਿਟੀਜ਼ ਬਣਾਈਆਂ ਜਾਂਦੀਆਂ ਨੇ ਤੇ ਬੜੇ ਚਿਰ ਦੀ ਇਹ ਸਾਡੀ ਕਮਿਊਨਿਟੀ ਦੀ ਡਿਮਾਂਡ ਸੀਗੀ ਵੀ ਇਹਦੀ ਲੋੜ ਆ ਤੇ ਅਸੀਂ ਇਸ ਜਿਹੜੀ ਮੌਜੂਦਾ ਸਰਕਾਰ ਆ ਉਹਦਾ ਤਹਿ ਦਿਲੋਂ ਸ਼ੁਕਰੀਆ ਕਰਦੇ ਹਾਂ। ਖਾਸ ਤੌਰ ਤੇ ਜਿਹੜੇ ਹੈਲਥ ਮਿਨਿਸਟਰ ਏਡਰੀਅਨ ਡਿਕ ਸਾਹਿਬ ਨੇ, ਉਹਨਾਂ ਨੇ ਕਿਹਾ ਵੀ ਇਹ ਬਹੁਤ ਜ਼ਰੂਰਤ ਹੈ ਇਸ ਕਮਿਊਨਿਟੀ ਨੂੰ ਇਸ ਪ੍ਰੋਜੈਕਟ ਦੀ ਤੇ ਉਹਨਾਂ ਨੇ ਪੂਰਾ ਜ਼ੋਰ ਲਾ ਕੇ ਸਾਨੂੰ ਇਹ ਪ੍ਰੋਜੈਕਟ ਦਵਾਇਆ। ਹੁਣ ਇਹ ਹੈ ਵੀ ਪ੍ਰੋਜੈਕਟ ਬਣਨ 'ਚ ਸਾਨੂੰ ਇੱਕ ਨਾਲ ਉਹਨਾਂ ਨੇ ਕੰਡੀਸ਼ਨ ਲਾਈ ਸੀ ਵੀ $5 ਮਿਲੀਅਨ ਤੁਸੀਂ ਕਮਿਊਨਿਟੀ ਤੋਂ ਇਕੱਠਾ ਕਰਨਾ ਕਿਉਂਕਿ ਕਮਿਊਨਿਟੀ ਦਾ ਪ੍ਰੋਜੈਕਟ ਹੈ। ਗੱਲ ਵੀ ਠੀਕ ਹੈ, ਜੇ ਕਮਿਊਨਿਟੀ ਨੇ ਵਰਤਣਾ, ਕਮਿਊਨਿਟੀ ਲਈ ਬਣ ਰਿਹਾ ਤੇ ਉਹ ਕਹਿੰਦੇ ਵੀ ਕਮਿਊਨਿਟੀ ਦਾ ਸਹਿਯੋਗ ਜਿਹੜਾ ਉਹ ਸਾਨੂੰ ਦਿਖਾਓ। ਜਿਹੜੇ ਬਜ਼ੁਰਗ ਇੱਥੇ ਆਉਂਦੇ ਆ ਅਕਸਰ ਦੇਖਿਆ ਜਾਂਦਾ ਉਹਨਾਂ ਦੀ ਉਮਰ ਵੀ ਵੱਧ ਜਾਂਦੀ ਹੈ, ਉਹਨਾਂ ਦੇ ਚਿਹਰੇ 'ਤੇ ਖੁਸ਼ੀ ਵੀ ਆ ਜਾਂਦੀ ਹੈ ਤੇ ਮਾਹੌਲ ਇੱਥੇ ਫੈਮਿਲੀ ਵਾਲਾ, ਪਰਿਵਾਰ ਵਾਲਾ, ਉਹਨਾਂ ਨੂੰ ਇੱਕ ਨਵੀਂ ਫੈਮਿਲੀ ਮਿਲ ਜਾਂਦੀ ਹੈ ਅਵੇ ਫਰਮ ਦੇਅਰ ਓਨ ਫੈਮਿਲੀ, ਜਿੱਥੇ ਸਾਰਾ ਟਾਈਮ ਉਹਨਾਂ ਨੂੰ ਗੱਲ ਕਰਨ ਲਈ, ਆਪਣੀ ਪੁਰਾਣੀਆਂ ਜਿਹੜੀਆਂ ਯਾਦਾਂ ਸਾਂਝੀਆਂ ਕਰਨ ਲਈ ਕੋਈ ਨਾ ਕੋਈ ਮਿਲ ਜਾਂਦਾ। ਤੇ ਇਸੇ ਪਰਪਸ ਨਾਲ ਅਸੀਂ ਇਹ ਫੈਸਿਲਿਟੀ ਬਣਾਈ ਸੀਗੀ। ਇੱਥੇ ਸਾਡੇ ਕੋਲ ਅਡਲਟ ਡੇ ਕੇਅਰ ਵੀ ਹੈਗਾ ਜਿਹਦੇ ਵਿੱਚ ਜਿਹੜੇ ਬਜ਼ੁਰਗ ਇੱਥੇ ਨਹੀਂ ਰਹਿ ਸਕਦੇ ਪਰ ਉਹ ਘਰ ਇਕੱਲੇ ਹੁੰਦੇ ਨੇ, ਉਹ ਦਿਨੇ ਇੱਥੇ ਆ ਕੇ ਸਾਡੀਆਂ ਸਰਵਿਸਿਜ਼ ਇੰਜੋਏ ਕਰਦੇ ਨੇ, ਉਹਨਾਂ ਨੂੰ ਖਾਣਾ ਪੀਣਾ ਵੀ ਮਿਲਦਾ, ਐਕਟੀਵਿਟੀਜ਼ ਵੀ ਇੰਜੋਏ ਕਰਦੇ ਆ। ਮੈਂ ਇੱਥੋਂ ਦੀ ਮੈਨੇਜਮੈਂਟ ਦਾ ਤੇ ਸਟਾਫ ਦਾ ਸਾਰਿਆਂ ਦਾ ਬਹੁਤ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਇੱਥੇ ਇੰਨੀ ਚੰਗੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਹੋਈਆਂ ਨੇ। ਤੇ ਕਮਿਊਨਿਟੀ ਦੇ ਸਾਥ ਨਾਲ ਅਸੀਂ ਜਿਹੜਾ ਅਗਲਾ ਪ੍ਰੋਜੈਕਟ ਆ ਜਿਹੜਾ ਗੁਰੂ ਨਾਨਕ ਡਾਇਵਰਸਿਟੀ ਵਿਲੇਜ, ਉਹ ਵੀ ਕਮਿਊਨਿਟੀ ਦੀ ਸੇਵਾ ਲਈ ਅਸੀਂ ਛੇਤੀ ਤਿਆਰ ਕਰ ਦੇਣਾ ਹੈ। ਮੇਰਾ ਨਾਮ ਹੈ ਜੀ ਇੰਦਰਜੀਤ ਹੁੰਦਲ, ਮੈਂ ਐਡਮਿਨਿਸਟ੍ਰੇਟਰ ਹਾਂ ਪਿਕਸ ਸੀਨੀਅਰ ਕੇਅਰ ਫੈਸਿਲਿਟੀਜ਼ ਦਾ। ਜਿਹੜੀਆਂ ਇੱਥੇ 3 ਫੈਸਿਲਿਟੀਜ਼ ਚਲਾਉਂਦੇ ਹੈਗੇ ਪ੍ਰੋਗਰਾਮ, ਪਿਕਸ ਅਸਿਸਟਡ ਲਿਵਿੰਗ, ਪਿਕਸ ਇੰਡੀਪੈਂਡੈਂਟ ਲਿਵਿੰਗ ਐਂਡ ਪਿਕਸ ਡੇ ਪ੍ਰੋਗਰਾਮ ਫॉर ਸੀਨੀਅਰਸ। ਇਹ ਅਸੀਂ 3 ਪ੍ਰੋਗਰਾਮ ਇਹ ਮੈਂ ਮੈਨੇਜ ਕਰਦਾ ਹੈਗਾ ਐਜ਼ ਅ ਡਾਇਰੈਕਟਰ। ਪਿਕਸ ਹੋਰ ਵੀ ਸਾਡੇ CEO ਸਾਹਿਬ ਦੱਸ ਕੇ ਗਏ ਨੇ, ਹੋਰ ਵੀ ਬਹੁਤ ਪ੍ਰੋਗਰਾਮ ਨੇ ਪਰ ਇਹ ਸੀਨੀਅਰ ਕੇਅਰਸ ਦੇ ਅੰਡਰ ਆਉਂਦੇ ਨੇ। ਤੇ ਜਿਹੜਾ ਪਿਕਸ ਅਸਿਸਟਡ ਲਿਵਿੰਗ ਹੈਗਾ ਇਹ ਮੈਂ 2006 ਦੇ ਵਿੱਚ ਪਿਕਸ ਦੇ ਵਿੱਚ ਸਟਾਰਟ ਕੀਤਾ ਸੀ ਤੇ ਸਿੰਸ 2018 ਮੈਂ ਪਿਕਸ ਸੀਨੀਅਰ ਕੇਅਰ ਫੈਸਿਲਿਟੀਜ਼ ਦੇ ਨਾਲ ਹੈਗਾ ਕਿ ਉਸ ਟਾਈਮ ਮੈਂ ਇੱਥੇ ਆਇਆ ਤੇ ਜਦੋਂ ਮੈਂ ਆਇਆ ਤੇ ਇਹ ਫੈਸਿਲਿਟੀ ਐਕਚੁਅਲੀ ਇੱਕ ਹੋਰ ਐਡਮਿਨਿਸਟ੍ਰੇਟਰ ਸੀ, ਉਹ ਚਲਾਉਂਦੇ ਸੀ ਪਰ ਉਹ ਫੈਸਿਲਿਟੀ ਚੰਗੀ ਤਰ੍ਹਾਂ ਚੱਲ ਨਹੀਂ ਸੀ ਰਹੀ ਉਸ ਟਾਈਮ ਦੇ ਉੱਤੇ। ਤੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਭਈ ਇੱਥੇ ਆ ਕੇ ਇਹ ਫੈਸਿਲਿਟੀ ਜਿਹੜੀ ਹੈਗੀ ਹੈ ਇਹਨੂੰ ਚਲਾਉਣ ਦੀ ਜ਼ਿੰਮੇਵਾਰੀ ਤੁਹਾਨੂੰ ਦਿੰਦੇ ਹਾਂ। ਮੈਨੂੰ ਇੱਥੇ 6 ਮੰਥ ਲਈ ਭੇਜਿਆ ਗਿਆ ਭਈ ਜਾਓ ਤੁਸੀਂ ਤੇ ਇਹਨੂੰ ਹੈਂਡਲ ਕਰੋ ਤੇ ਵੇਖੋ ਕਿਸ ਤਰ੍ਹਾਂ ਇਹ ਹੈਂਡਲ ਹੋ ਸਕਦੀ ਹੈ। ਤੇ 6 ਮਹੀਨੇ ਆਣ ਕੇ ਮੈਂ ਸਾਰੀ ਫੈਸਿਲਿਟੀ, ਸਾਰੇ EMPLOYEES ਰਿਲੇਸ਼ਨ ਬਣਾਏ। ਉਸ ਤੋਂ ਬਾਅਦ ਜਦੋਂ 6 ਮਹੀਨਿਆਂ ਤੋਂ ਬਾਅਦ ਇਹ ਫੈਸਿਲਿਟੀ ਚੰਗੀ ਤਰ੍ਹਾਂ ਚੱਲਣ ਲੱਗ ਪਈ ਤੇ ਫਿਰ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਭਈ ਇਹ ਫੈਸਿਲਿਟੀ ਹੁਣ ਤੂੰ ਹੀ ਹੈਂਡਲ ਕਰਨੀ ਹੈਗੀ ਹੈ, ਤੂੰ ਚਲਾਉਣੀ ਹੈਗੀ ਹੈ। 3 ਹੀ ਪ੍ਰੋਗਰਾਮ ਜਿਹੜੇ ਨੇ, ਪਿਕਸ ਅਸਿਸਟਡ ਲਿਵਿੰਗ, ਪਿਕਸ ਇੰਡੀਪੈਂਡੈਂਟ ਲਿਵਿੰਗ ਐਂਡ ਪਿਕਸ ਡੇ ਪ੍ਰੋਗਰਾਮ ਫॉर ਸੀਨੀਅਰਸ। ਤੇ ਉਸ ਟਾਈਮ ਤੋਂ ਮੈਂ ਇਹ ਮੈਨੇਜ ਕਰ ਰਿਹਾ ਹੈਗਾ ਜੀ ਅੰਡਰ ਦ ਡਾਇਰੈਕਸ਼ਨ ਆਫ ਪਿਕਸ ਹੈਡ ਆਫਿਸ। ਜਿਹੜੇ ਸਾਡੇ ਪਹਿਲਾਂ CEO ਚਰਨਪਾਲ ਗਿੱਲ ਸੀ ਤਾਂ ਹੁਣ ਸਤਬੀਰ ਸਿੰਘ ਚੀਮਾ ਨੇ, ਉਹਨਾਂ ਦੀ ਡਾਇਰੈਕਸ਼ਨ ਦੇ ਅੰਡਰ ਇਹ ਸਾਰੇ 3 ਪ੍ਰੋਗਰਾਮ ਚੱਲ ਰਹੇ ਨੇ। ਹਾਂਜੀ, ਇੱਥੇ ਬਹੁਤ ਵਧੀਆ ਆ। ਮੈਂ ਤਾਂ ਹੋਰ ਕਈਆਂ ਹਸਪਤਾਲ ਜਾ ਕੇ ਦੇਖਿਆ, ਉੱਥੇ ਕੁਝ ਨਹੀਂ। ਮੈਂ ਉੱਥੇ ਦੱਸਦੀ ਸੀ, ਮੈਂ ਕਿਹਾ ਇੱਕ ਦਿਨ ਹੁੰਦੇ ਆ ਦਾਦਰੇ ਕੜੀ ਚੌਲ, ਇੱਕ ਦਿਨ ਹੁੰਦੇ ਆਲੂਆਂ ਵਾਲੇ ਪਰੌਠੇ, 7 ਦਿਨ ਮੈਂ ਕਿਹਾ 7 ਦਿਨ ਬਦਲਵਾਂ ਖਾਣਾ ਹੁੰਦਾ ਆ।
ਪਹਿਲੀ ਗੱਲ ਤਾਂ ਹੈਗੀ ਹੈ ਵੀ ਕਿਸੇ ਵੀ ਇੱਕ ਘਰ ਤੋਂ ਦੂਜੇ ਘਰ ਮੂਵ ਹੋਣਾ ਹੋਵੇ ਤਾਂ ਬੜਾ ਮੁਸ਼ਕਲ ਹੁੰਦਾ ਹੈਗਾ। ਪਹਿਲਾ ਹਫਤਾ 2 ਹਫ਼ਤੇ ਉਹਨਾਂ ਨੂੰ ਬੜਾ ਮੁਸ਼ਕਲ ਹੁੰਦਾ ਹੈਗਾ, ਪਰ ਜਦੋਂ ਇੱਥੇ ਆ ਜਾਂਦੇ ਨੇ ਫਿਰ ਉਹ ਮਹਿਸੂਸ ਕਰਦੇ ਨੇ ਵੀ ਇਹ ਸਾਡਾ ਹੀ ਘਰ ਹੈਗਾ। ਫਿਰ ਉਹ ਆਪਣੇ ਘਰ ਵੀ ਜਦੋਂ ਜਾਂਦੇ ਨੇ ਤਾਂ ਉੱਥੇ ਆਪਣੇ ਘਰਦਿਆਂ ਨੂੰ ਕਹਿੰਦੇ ਨੇ ਵੀ ਸਾਨੂੰ ਸਾਡੇ ਘਰ ਜ਼ਰੂਰ ਛੱਡ ਆਓ ਮੁੜ ਕੇ। ਹਾਂਜੀ, ਉਹ ਫਿਰ ਇੱਥੋਂ ਉਹਨਾਂ ਨੂੰ ਮਿਸਿੰਗ ਹੁੰਦੀ ਹੈ। ਇੱਥੇ ਉਹ ਆਪਣੇ ਹਮ ਉਮਰ ਦੇ ਪੀਅਰਸ ਦੇ ਨਾਲ, ਹਮ ਉਮਰ ਦੇ ਆਪਣੇ ਬਜ਼ੁਰਗਾਂ ਦੇ ਨਾਲ ਬਹਿੰਦੇ ਨੇ, ਗੱਲਾਂ ਬਾਤਾਂ ਕਰਦੇ ਨੇ। ਆਪਣਾ ਉਹਨਾਂ ਨੂੰ ਇੱਥੇ ਖਾਣਾ ਮਿਲਦਾ ਸਾਊਥ ਏਸ਼ੀਅਨ, ਜਿਹੜਾ ਕਿ ਸਾਰੀ ਉਮਰ ਖਾਂਦੇ ਰਹੇ ਨੇ। हेलो सत श्री अकाल नमस्ते जी आया ਨੂੰ। ਮੇਰਾ ਨਾਮ ਰਾਜੀਵ ਮੋਹਿੰਦਰੂ ਹੈ ਅਤੇ ਮੈਂ ਡਾਇਰੈਕਟਰ ਆਫ ਕੇਅਰ ਹੈਗਾ ਵਿਦ ਪਿਕਸ ਅਸਿਸਟਡ ਲਿਵਿੰਗ। ਅਤੇ ਇੱਥੇ ਮੈਨੂੰ ਹੋ ਗਏ ਨੇ 15 ਸਾਲ। ਅਤੇ ਮੈਂ ਮੋਸਟਲੀ ਜਿਹੜਾ ਡੇ ਟੂ ਡੇ ਆਪਰੇਸ਼ਨਲ ਜਿਹੜਾ ਹੁੰਦਾ ਕੰਮ, ਉਹਦੀ ਰਿਸਪੋਂਸੀਬਿਲਿਟੀ ਮੇਰੀ ਹੁੰਦੀ ਹੈ। ਅਤੇ ਇੱਥੇ ਅਸਿਸਟਡ ਲਿਵਿੰਗ ਦਾ ਇੱਦਾਂ ਕਨਸੈਪਟ ਹੈਗਾ ਸਾਡਾ ਕਿ ਜਿਹੜਾ ਇਹ ਜਿਹੜੀ ਫੈਸਿਲਿਟੀ ਸਾਡੀ ਇਹ ਸਾਊਥ ਏਸ਼ੀਅਨਸ ਲਈ ਸਪੈਸ਼ਲਿਸਟ ਹੈ। ਵੈਸੇ ਇਟਸ ਓਪਨ ਟੂ ਐਵਰੀਬਡੀ, ਪਰ ਸਾਊਥ ਏਸ਼ੀਅਨ ਜਿਹੜੇ ਕਲਾਇੰਟਸ ਨੇ ਉਹਨਾਂ ਲਈ ਸਪੈਸ਼ਲਿਸਟ ਹੈਗੀ ਹੈ। ਉਹਦਾ ਕਾਰਨ ਇਹ ਹੁੰਦਾ ਕਿ ਜਿਹੜੇ ਆਪਣੇ ਸਾਊਥ ਏਸ਼ੀਅਨ ਕਲਾਇੰਟਸ ਨੇ ਉਹਨਾਂ ਨੂੰ ਬਾਕੀ ਫੈਸਿਲਿਟੀਆਂ 'ਚ ਆਪਣਾ ਜਿਹੜਾ ਲੈਂਗੁਏਜ, ਕਲਚਰ, ਫੂਡ, ਜਿਹੜੀ ਬਿਲੋਂਗਿੰਗਨੈਸ ਹੈ ਉਹ ਫੀਲ ਨਹੀਂ ਹੁੰਦੀ ਉਹਨਾਂ ਨੂੰ ਉੱਥੇ। ਅਤੇ ਇੱਥੇ ਅਸੀਂ ਉਹਨਾਂ ਨੂੰ ਉਹ ਸਾਰੀ ਫੈਸਿਲਿਟੀਜ਼ 'ਤੇ ਦਿੰਦੇ ਹਾਂ ਅਸੀਂ, ਜਿਨ੍ਹਾਂ ਨੂੰ ਉਹਨਾਂ ਲੱਗਦਾ ਕਿ ਉਹਨਾਂ ਦਾ ਘਰ ਵਰਗਾ ਦਾ ਵਾਤਾਵਰਨ ਹੈ। ਇਟਸ ਲਾਈਕ ਅ ਹੋਮਲੀ ਇਨਵਾਇਰਮੈਂਟ। ਅਤੇ ਉਹਨਾਂ ਨੂੰ ਖਾਣਾ ਪੀਣਾ, ਪਰਸਨਲ ਕੇਅਰ, ਸੋਸ਼ਲ ਕੇਅਰ ਐਕਟੀਵਿਟੀਜ਼, ਬੁੱਕਸ ਪੜ੍ਹਨੀਆਂ, ਲਾਇਬ੍ਰੇਰੀ, ਹੋਰ ਜਿਹੜੇ ਸਾਰੇ ਹੈਗੇ ਨੇ ਫੈਸਿਲਿਟੀਜ਼, ਉਹ ਬਿਲਕੁਲ ਜਿੱਦਾਂ ਆਪਣੇ ਬੈਕ ਹੋਮ ਹੁੰਦਾ ਸੀਗਾ। ਜਿਹੜੇ ਭਾਵੇਂ ਤੁਸੀਂ ਇੰਡੀਆ ਤੋਂ ਆਏ ਹੋ ਜਾਂ ਤੁਸੀਂ ਫੀਜੀ ਤੋਂ ਆਏ ਹੋ ਜਾਂ ਹੋਰ ਕਿਸੇ ਕੰਟਰੀ ਤੋਂ ਆਏ ਹੋ, ਤਾਂ ਜਿਹੜਾ ਤੁਹਾਡਾ ਹੋਮਲੀ ਐਟਮੋਸਫੀਅਰ ਹੁੰਦਾ ਹੈ ਉਹ ਸਾਰਾ ਅਸੀਂ ਪ੍ਰੋਵਾਈਡ ਕਰੀਦਾ ਇੱਥੇ। ਹਾਂਜੀ, ਮੇਰਾ ਨਾਮ ਰਜਿੰਦਰ ਸਿੰਘ ਹੈ ਜੀ। ਮੈਂ ਆਇਆ ਸਿੰਗਾਪੁਰ ਤੋਂ। ਮੇਰੀ ਉਮਰ ਹੈਗੀ 63। ਫਿਰ ਇੱਥੇ ਆਇਆ ਅਤੇ ਇੱਥੇ ਕੁਛ ਵੀ ਨਹੀਂ ਕੰਮ ਨਹੀਂ ਮਿਲਦਾ ਸੀਗਾ। ਉਹੀ ਕੰਮ ਜਿਹੜਾ ਮੈਂ ਕਰਦਾ ਸੀ ਅਤੇ ਚਾਹੁੰਦਾ ਸੀਗਾ। ਅਤੇ ਮੈਨੂੰ ਕਹਿੰਦੇ ਭਈ ਫਿਰ ਕੋਰਸ ਕਰਨਾ ਪੈਣਾ ਅਤੇ ਪੈਸੇ ਬਹੁਤ ਲੱਗਦੇ ਸੀਗੇ। ਉਦੋਂ ਫਿਰ ਮੈਂ ਡਾਊਨਟਾਊਨ ਫਿਰਦਾ ਹੁੰਦਾ ਸੀ ਵੈਨਕੂਵਰ, ਅਤੇ ਉੱਥੇ ਮੈਨੂੰ ਨੌਕਰੀ ਮਿਲ ਗਈ ਹੋਟਲ 'ਚ। ਅਤੇ ਫਿਰ ਮੈਂ ਹੋਟਲ 'ਚ ਕੰਮ ਕਰਦਾ ਰਿਹਾ। ਅਤੇ ਮੈਂ ਉੱਥੇ ਪਹਿਲਾਂ ਡੈਸਕਮੈਨ ਸੀਗਾ, ਉਦੋਂ ਬਾਅਦ ਫਿਰ ਸੁਪਰਵਾਈਜ਼ਰ, ਫਿਰ ਪ੍ਰੋਮੋਸ਼ਨ ਹੋਈ, ਫਿਰ ਮੈਂ ਮੈਨੇਜਰ ਬਣ ਗਿਆ ਸੀਗਾ। ਅਤੇ ਬਸ ਉਹ ਕੰਮ ਕਰਦਾ ਰਿਹਾ। ਅਤੇ ਫਿਰ ਮੇਰੀ ਲੱਤ 'ਤੇ ਸੱਟ ਲੱਗ ਗਈ। ਅਤੇ ਉਹ ਹੋਟਲ ਸੀਗਾ 4 ਛੱਤੇ, ਉਹਦਾ ਐਲੀਵੇਟਰ ਹੈ ਨਹੀਂ ਸੀਗਾ, ਬਸ ਸਿਰਫ ਪੌੜੀਆਂ ਥਣੀ ਚੜ੍ਹਨਾ ਪੈਂਦਾ ਸੀਗਾ। ਅਤੇ ਮੇਰੇ ਤੋਂ ਫਿਰ ਉਹ ਕੰਮ ਨਹੀਂ ਹੁੰਦਾ ਸੀਗਾ। ਅਤੇ ਫਿਰ ਮੇਰੀ ਲੱਤ 'ਤੇ ਜਿਹੜੀ ਸੱਟ ਲੱਗੀ ਸੀ ਉਹ ਫਿਰ ਡੂੰਘੀ ਸੱਟ ਲੱਗੀ ਸੀਗੀ। ਅਤੇ ਕਿਉਂਕਿ ਮੈਨੂੰ ਡਾਇਬਟੀਜ਼ ਆ। ਡਾਇਬਟੀਜ਼ ਜਦੋਂ ਕੁਛ ਲੱਗਦਾ ਪਤਾ ਨਹੀਂ ਲੱਗਦਾ, ਜਾਂ ਸੱਟ ਕੁਛ ਵੀ ਲੱਗੇ ਪਤਾ ਨਹੀਂ ਲੱਗਦਾ। ਅਤੇ ਜਦੋਂ ਹੌਸਪੀਟਲ ਪਹੁੰਚਿਆ ਉਹ ਕਹਿੰਦੇ ਭਈ ਗੈਂਗਰੀਨ ਹੋ ਗਈ ਆ, ਅਤੇ ਕਹਿੰਦੇ ਭਈ ਟੂ ਲੇਟ। ਅਤੇ ਉੱਤੋਂ ਦੀ ਜਿਹੜੀਆਂ ਨਾੜਾਂ ਸੀ ਵਿੱਚ, ਉਹ ਨਾੜਾਂ ਵੀ ਬਲੋਕ ਹੋ ਗਿਆ। ਅਤੇ ਉਹਨਾਂ ਨੇ ਕੋਸ਼ਿਸ਼ ਕੀਤੀ ਬਚਾਉਣ ਨੂੰ, ਪਰ ਬਚੀ ਨਹੀਂ, ਕਿਉਂਕਿ ਬਲੱਡ ਕਲੌਟਸ ਬਹੁਤ ਸੀਗੇ ਲੱਤ 'ਚ। ਅਤੇ ਫਿਰ ਜਦੋਂ ਉਹਨਾਂ ਨੇ ਮੇਰੀ ਲੱਤ ਕਹਿੰਦੇ ਪਏ ਵੱਢਣੀ, ਅਤੇ 2 ਹਫ਼ਤੇ ਰਹਿੰਦੇ ਸੀ ਵੱਢਣ 'ਚ, ਜਦੋਂ ਮੈਨੂੰ ਹਾਰਟ ਅਟੈਕ ਹੋ ਗਿਆ। ਉਹਨਾਂ ਨੂੰ ਫਿਰ ਮੇਰੇ ਗੋਡੇ ਥੱਲਿਓਂ ਵੱਢਣੀ ਪਈ। ਅਤੇ ਫਿਰ 1.5 ਸਾਲ ਮੈਂ ਆਪਣੇ ਹੌਸਪੀਟਲ 'ਚ ਰਿਹਾ, ਆਪਣੇ ਸੇਂਟ ਪੌਲਸ ਹੌਸਪੀਟਲ 'ਚ। ਅਤੇ ਮਗਰੋਂ ਉਹ ਕਹਿੰਦੇ ਭਈ ਤੂੰ ਵਾਪਸ ਨਹੀਂ ਜਾ ਸਕਦਾ ਉਸ ਹੋਟਲ ਦੇ ਵਿੱਚ। ਅਤੇ ਕਹਿੰਦੇ ਭਈ ਪੌੜੀਆਂ ਉੱਥੇ ਆ ਅਤੇ ਐਲੀਵੇਟਰ ਹੈ ਨਹੀਂ ਅਤੇ ਡੇਂਜਰਸ ਆ। ਅਤੇ ਮੈਨੂੰ ਫਿਰ ਕਹਿੰਦੇ ਭਈ ਉਹਨਾਂ ਨੇ ਫਿਰ ਜਗ੍ਹਾ ਭਾਲ ਕੇ ਦਿੱਤੀ ਮੈਨੂੰ ਆਪਣੇ ਡਾਊਨਟਾਊਨ 'ਚ, ਆਪਣੇ ਕੂਪਰ ਪਲੇਸ ਜਿਹੜੀ ਹੈਗੀ ਕੋਡੋਵਾ, ਈਸਟ ਕੋਡੋਵਾ 'ਤੇ। ਉੱਥੇ ਰਹਿੰਦਾ ਰਿਹਾ। ਉੱਥੇ ਸਾਰੇ ਪੰਜਾਬੀ ਕੋਈ ਨਹੀਂ ਸੀਗਾ, ਸਿਰਫ ਫੀਜੀ ਵਾਲੇ ਸੀਗੇ ਅਤੇ ਹੋਰ ਆਪਣੇ ਗੋਰੇ
ਤੇ ਨੇਟਿਵ, ਇਹ ਸਾਰੇ ਉੱਥੇ ਸੀਗੇ। ਤੇ ਫੈਮਿਲੀ ਮੇਰੀ ਸਿਸਟਰ ਤਾਂ ਸਰੀ 'ਚ ਰਹਿੰਦੀ ਸੀਗੀ ਤੇ ਉਹਨੂੰ ਆਉਣਾ ਜਾਣਾ ਬਹੁਤ ਮੁਸ਼ਕਿਲ ਸੀ। ਉਹ ਕੰਮ ਕਰਦੀ ਸੀ, ਨਾਲੇ ਫਿਰ ਘਰ ਦਾ ਕਰਨਾ। ਉਹ ਪਹਿਲਾਂ ਆਉਂਦੀ ਰਹੀ ਤੇ ਫਿਰ ਮੇਰੀ ਮਾਸੀ ਦੀ ਕੁੜੀ ਆਉਂਦੀ ਰਹੀ, ਕਦੀ ਮੇਰੀ ਸਿਸਟਰ, ਕਦੀ ਮਾਸੀ ਦੀ ਕੁੜੀ ਆਉਂਦੀ ਰਹੀ ਦੇਖਣ। ਤੇ ਉਹਨਾਂ ਨੂੰ ਫਿਰ ਮੈਂ ਆਪਣੇ ਆਪ ਕਿਹਾ ਵੀ ਮੈਂ ਕਿਹਾ ਐਡੀ ਦੂਰ ਆ ਤੇ ਘਰ ਜਾਂਦਿਆਂ ਨੂੰ ਉਹਨਾਂ ਨੂੰ ਹਨੇਰਾ ਹੋ ਜਾਂਦਾ। ਤੇ ਮੈਂ ਕਿਹਾ ਭਾਈ ਕੋਈ ਗੱਲ ਨਹੀਂ, ਮੈਂ ਕਿਹਾ ਭਾਈ ਤੁਸੀਂ ਨਾ ਆਓ, ਹਫ਼ਤੇ 'ਚ ਇੱਕ ਵਾਰੀ ਆ ਜਾਇਆ ਕਰੋ, ਠੀਕ ਆ। ਤੇ ਉਹ ਆਉਂਦੇ ਰਹੇ ਤੇ ਮੁਸ਼ਕਿਲ ਸੀਗੀ ਭਈ ਆਪਣਾ ਖਾਣਾ ਹੈ ਨਹੀਂ ਸੀਗਾ ਉੱਥੇ ਪੰਜਾਬੀਆਂ। ਤੇ ਇੱਥੇ ਫਿਰ ਮੇਰੀ ਸਿਸਟਰ ਨੇ ਅਪਲਾਈ ਕੀਤੀ ਤੇ ਮੈਨੂੰ 3 ਮਹੀਨਿਆਂ 'ਚ ਇੱਥੇ ਮੈਂ ਆ ਗਿਆ। ਤੇ ਇੱਥੇ ਆ ਕੇ ਮੈਂ ਬਹੁਤ ਖੁਸ਼ ਹੋਇਆ, ਆਪਣਾ ਖਾਣਾ ਖਾ ਕੇ, ਸਾਰੇ ਪੰਜਾਬੀ ਦੇਖ ਕੇ, ਪੰਜਾਬੀਆਂ ਨੂੰ ਤੇ ਮਿਲ ਕੇ ਫਿਰ ਵਾਪਸ ਗਿਆ। ਤੇ ਮੈਂ 1 ਤਰੀਕ ਆਪਣੇ 2019 'ਚ ਆਇਆ, 1 ਫੈਬਰਵਰੀ ਨੂੰ। ਤੇ ਇੱਥੇ ਆ ਕੇ ਮੈਂ ਦੇਖਿਆ ਸਭ ਕੁਝ ਬਹੁਤ ਠੀਕ ਆ, ਐਕਟੀਵਿਟੀਜ਼ ਵੀ ਬਹੁਤ ਆ, ਸਾਡਾ ਕਿੰਨਾ ਖਿਆਲ ਰੱਖਦੇ ਆ। ਤੇ ਜੇ ਕੋਈ ਪ੍ਰੋਬਲਮ ਹੁੰਦੀ, ਜੇ ਬਿਮਾਰ ਹੋ ਜਾਏ ਜਾਂ ਕੁਛ, ਉਦੋਂ ਹੀ ਐਂਬੂਲੈਂਸ ਸੱਦ ਕੇ ਸਾਨੂੰ ਹੌਸਪੀਟਲ ਪਹੁੰਚਾ ਦਿੰਦੇ ਆ। ਹਰ ਹਫ਼ਤੇ ਆਉਂਦੀ ਸੀਗੀ ਮੇਰੀ ਸਿਸਟਰ, ਤਾਂ ਮੇਰੀ ਡਾਟਰ ਇੱਥੇ ਆ। ਮੈਂ ਕਿਹਾ ਭਾਈ ਕੋਈ ਗੱਲ ਨਹੀਂ, ਮੈਂ ਕਿਹਾ ਹਫ਼ਤੇ 'ਚ ਇੱਕ ਵਾਰੀ ਆ ਜਾ ਕਰੋ। ਮੈਂ ਕਿਹਾ ਮੈਨੂੰ ਕੋਈ ਚੀਜ਼ ਦੀ ਲੋੜ ਨਹੀਂ ਆ, ਮੈਂ ਕਿਹਾ ਭਾਈ ਮੈਨੂੰ ਸਭ ਕੁਝ ਮਿਲਦਾ ਇੱਥੇ ਖਾਣ ਪੀਣ ਨੂੰ। ਮੈਂ ਕਿਹਾ ਕੋਈ ਤੰਗੀ ਨਹੀਂ ਗੀ। ਹੁਣ ਮੈਂ ਖੱਬਾ ਹੱਥ ਹੀ ਰਹਿ ਗਿਆ, ਹੁਣ ਇਹੀ ਯੂਜ਼ ਕਰਦਾ। ਤੇ ਇੱਥੇ ਬਹੁਤ ਸਾਰਾ ਜੋ ਵੀ ਮੈਨੂੰ ਚਾਹੀਦਾ, ਮੈਂ ਹੈਲਪ ਮੰਗਦਾ, ਮੇਰੀ ਹੈਲਪ ਕਰਦੇ ਆ। ਇੱਥੇ ਸਭ ਕੁਛ ਆ। ਹੁਣ ਖਾਣੇ ਤੋਂ ਬਾਅਦ ਅਸੀਂ ਆ ਜਾਂਦੇ ਇੱਥੇ ਆਪਣੇ ਐਕਟੀਵਿਟੀ ਰੂਮ 'ਤੇ, ਤੇ ਇੱਥੇ ਆਣ ਕੇ ਤਾਸ਼ਾਂ ਖੇਡਦੇ ਆ, TV ਦੇਖਦੇ ਆ ਆਪਣਾ, ਤੇ ਨਾਲੇ ਕੈਰਮ ਬੋਰਡ ਆ, ਗੇਮਾਂ ਹੈਗੀਆਂ ਇੱਥੇ। ਤੇ ਐਕਸਰਸਾਈਜ਼ ਵੀ ਕਰਾਉਂਦੇ ਆ ਸਾਰੇ। ਅਸੀਂ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਆ। ਤੇ ਇੱਥੇ ਸਾਰੇ ਸਟਾਫ ਵੀ ਮੇਰੇ ਨਾਲ ਬਹੁਤ ਖੁਸ਼ ਆ। ਇੱਥੇ ਇੱਕ ਗੱਲ ਆ ਵੀ ਸਾਰੇ ਬਹੁਤ ਫਰੈਂਡਲੀ ਆ, ਤੇ ਮੈਂ ਇਹਨਾਂ ਨਾਲ ਜੋਕ ਬਹੁਤ ਕਰਦਾ, ਸਾਰੇ ਖੁਸ਼ ਰਹਿੰਦੇ ਮੇਰੇ ਨਾਲ। ਮਜ਼ਾਕ ਮੈਂ ਕਰਦਾ ਇਹਨਾਂ ਦੇ ਨਾਲ, ਫਿਰ ਹੱਸਦੇ ਆ। ਤੇ ਜਦੋਂ ਇਕੱਲਾ ਵੀ ਹੁੰਦਾ ਮੈਂ ਕਮਰੇ 'ਚ, ਬਸ ਆਪਣੇ ਆਪ ਖੁਸ਼ ਰੱਖਦਾ ਮੈਂ। ਤੇ ਕਦੀ ਫੋਨ ਕਰ ਲੈਂਦਾ ਆਪਣੇ ਭਰਾਵਾਂ ਨੂੰ ਤੇ ਆਪਣੇ ਕਜ਼ਨਸ ਨੂੰ, ਸਾਰਿਆਂ ਨੂੰ ਮੈਂ ਇੱਥੇ ਫੋਨ ਕਰਦਾ ਰਹਿੰਦਾ। ਸਾਰੇ ਬਹੁਤ ਖੁਸ਼ ਆ ਇੱਥੇ, ਕਦੀ ਕੋਈ ਤਕਲੀਫ ਮਹਿਸੂਸ ਨਹੀਂ ਹੁੰਦੀ। ਬਸ ਇੰਨਾ ਚਾਹੀਦਾ ਸੀਗਾ, ਬਸ ਉਹ ਖੁਸ਼ੀ ਇੱਥੇ ਮੈਨੂੰ ਮਿਲਦੀ ਹੈ। ਜਿੱਥੇ ਪਹਿਲਾਂ ਸੀ ਉੱਥੇ ਨਹੀਂ, ਉੱਥੇ ਸਾਰੇ ਭਈ ਡਰੱਗੀ ਬਹੁਤ ਸੀਗੇ। ਤੇ ਮੈਂ ਤਾਂ ਬਹੁਤ ਲਾਈਕ ਨਹੀਂ ਕਰਦਾ ਡਰੱਗ, ਜਿਹੜੇ ਡਰੱਗੀ ਵਾਲਿਆਂ ਨਾਲ ਮੈਂ ਲਾਗੇ ਨਹੀਂ ਬਹਿਣਾ ਉਹਨਾਂ ਦੇ। ਤੇ ਇੱਥੇ ਹੁਣ ਮੈਂ ਰਹਿੰਦਾ, ਇੱਥੇ ਸਾਰੇ ਕਲੀਨ ਆ, ਕੋਈ ਕਿਸੇ ਨੂੰ ਕੋਈ ਬੈਲ ਨਹੀਂ ਗਾ। ਤੇ ਸਾਰੇ ਬਸ ਹੱਸਦੇ ਖੇਡਦੇ। ਕਦੀ ਅਸੀਂ ਚਲੇ ਜਾਂਦੇ ਬਾਹਰ ਨੂੰ, ਇੱਥੇ ਪਾਰਕ ਆ ਲਾਗੇ, ਪਾਰਕ ਜਾ ਕੇ ਬਹਿ ਜਾਂਦੇ, ਗੱਲਾਂ ਬਾਤਾਂ ਕਰਦੇ ਆ, ਹੋਰਨਾਂ ਨੂੰ ਵੀ ਮਿਲਦੇ ਆ। हेलो, मैं शीला बोल रही हूँ। मैं फिजी द्वीप की हूँ। यहाँ आए 40 साल हो गया। मेरी बेटी ने मुझे स्पॉन्सर किया था।
तो वापस जाना नहीं पड़ा क्योंकि मेरे कोई परिवार नहीं रह गए थे, एक ही बेटी थी मेरी। तो मैं यहाँ रह गई। मैं बहुत खुश नसीब हूँ कि मुझे वापस लौट के नहीं जाना पड़ा। मैं फिजी में तो रिसेप्शन थी, लेकिन यहाँ आके स्कूल फिर पढ़ना पड़ा, तब हम सपोर्ट वर्क करा। बहुत बूढ़े प्राणी को देखभाल किया था, हॉस्पिटल में काम किया था। तब थोड़ी देर में मुझे चोट आ गया काम पे, तो मैंने डिसेबिलिटी मांगा। उन्होंने डिसेबिलिटी नहीं दिया, मगर मैंने छोटी सी नौकरी मिल गया, करने लगी ये छोटी सी नौकरी। ये भी काम जैसे यहाँ का लोग है ऐसे ही थे, बूढ़े पुराने, उनको सेवा सत्कार करना, देखभाल करना, यही काम हमारा था। मैं यहाँ आ गई हूँ, मेरी बेटी ने बहुत मदद किया मुझे यहाँ जगह मिलने को, क्योंकि ये जो पिच है ये बहुत से लोग वेट कर रहे हैं आने को। ये बहुत सुंदर जगह है, इसमें मैं तो बहुत आराम करती हूँ। और यहाँ के सारे लोग जो है, हमारा फिजी का, पंजाब का, किसी से पूछो आप, वो बोलेंगे बहुत अच्छा है। हम सब मिलजुल के रहते हैं, जो कुछ हम करते हैं साथ ही में करते हैं।